ਪ੍ਰਾਈਮ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਪ੍ਰਾਈਮ ਪੰਜਾਬ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਜੋ ਵੀ ਚਰਚਾ ਦਾ, ਜੋ ਵੀ ਪੰਜਾਬ ਦਾ ਜਾਂ ਕਹ ਲਓ ਕਿ ਪੰਥ ਦਾ ਕੋਈ ਵੀ ਦੇਸ਼ ਦੁਨੀਆ ਦਾ ਗੰਭੀਰ ਮੁੱਦਾ ਹੋਵੇਗਾ, ਉਸ ਤੇ ਬਹੁਤ ਹੀ ਬੇਬਾਕੀ ਨਾਲ ਅਤੇ ਨਿਰਪੱਖ ਹੋ ਕੇ ਹਰ ਪੱਖ ਨੂੰ ਲੈ ਕੇ ਤੁਹਾਡੇ ਅੱਗੇ ਉਸ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਅੱਜ ਜੋ ਪੰਜਾਬ ਦੇ ਆਪਾਂ ਮਾਹੌਲ ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਦੇ ਵਿੱਚ ਜੋ ਚਰਚਾ ਦਾ ਵਿਸ਼ਾ ਹੈ ਉਹ ਕੋਈ ਪੰਜਾਬ ਦੇ ਮੁੱਦੇ ਦਾ ਨਹੀਂ ਹੈ। ਹਾਂ, ਉਹ ਜੋ ਮਾਹੌਲ ਜਿਹਨਾਂ ਨੇ ਗਰਮਾਇਆ ਹੋਇਆ ਉਹ ਨੇ ਲੀਡਰਾਂ ਦੇ ਦਿੱਤੇ ਹੋਏ ਬਿਆਨ। ਸਾਰੇ ਟੀਵੀ ਚੈਨਲਾਂ ਦੇ ਉੱਤੇ ਹਰੇਕ ਥਾਂ ਦੇ ਉੱਤੇ ਇੱਕੋ ਹੀ ਮੁੱਦੇ ਛਿੜੇ ਹੋਏ ਨੇ ਜੋ ਲੀਡਰਾਂ ਵੱਲੋਂ ਬਿਆਨ ਦਿੱਤੇ ਗਏ ਨੇ। ਹਾਲਾਂਕਿ ਪੰਜਾਬ ਦੇ ਸਾਰੇ ਮੁੱਦੇ ਇਸ ਵਕਤ ਆਪਣੇ ਆਪ ਤੋਂ ਪਿੱਛੇ ਹਟ ਚੁੱਕੇ ਨੇ। ਚਲੋ, ਇਹਨਾਂ ਮੁੱਦਿਆਂ ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ ਕਿ ਮੇਰੇ ਨਾਲ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨੀ ਜੁੜੇ ਨੇ ਇੱਕ ਉਹ ਸ਼ਖਸੀਅਤ ਜਿਨ੍ਹਾਂ ਦਾ ਕਾਫੀ ਡੂੰਘਾ ਅਨੁਭਵ ਹੈ ਇਹਨਾਂ ਮੁੱਦਿਆਂ ਦੇ ਉੱਤੇ। ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਉਹ ਪੱਤਰਕਾਰਤਾ ਕਰਦੇ ਆ ਰਹੇ ਨੇ, ਕਾਫੀ ਵੱਡੇ ਬੁਲਾਰੇ ਨੇ, ਉਹ ਕਥਾਵਾਚਕ ਨੇ ਉਹ। ਜੀ ਹਾਂ, ਮੇਰਾ ਕਹਿਣ ਤੋਂ ਭਾਵ ਹੈ ਹਰਪ੍ਰੀਤ ਸਿੰਘ ਮੱਖੂ ਜੀ। ਤਾਂ ਭਾਈ ਹਰਪ੍ਰੀਤ ਸਿੰਘ ਮੱਖੂ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਾਰੇ ਮਾਮਲੇ ਤੇ ਵਿਚਾਰ ਚਰਚਾ ਕਰਨ ਦੇ ਲਈ। ਮੱਖੂ ਸਾਹਿਬ, ਧੰਨਵਾਦ ਪ੍ਰਾਈਮ ਪੰਜਾਬ ਦੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਦੀਪਨ ਜੀ, ਤੁਹਾਡਾ ਵੀ ਧੰਨਵਾਦ ਤੇ ਸਾਰੇ ਤੁਹਾਡੇ ਦਰਸ਼ਕਾਂ ਦਾ ਵੀ ਧੰਨਵਾਦ ਜੀ। ਮੱਖੂ ਸਾਹਿਬ, ਜੇ ਆਪਾਂ ਹੁਣ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਜੋ ਇੱਕ ਮਾਹੌਲ ਗਰਮਾਇਆ ਹੋਇਆ ਉਹ ਹੈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਗਿਆਨ ਵੱਲੋਂ ਦਿੱਤੇ ਬਿਆਨਾਂ ਨੂੰ ਲੈ ਕੇ। ਪਹਿਲਾਂ ਜੋ ਉਹਨਾਂ ਦਾ ਬਿਆਨ ਆਇਆ ਸੀ ਭਗਤ ਸਿੰਘ ਨੂੰ ਲੈ ਕੇ, ਫਿਰ ਉਹਨਾਂ ਦੇ ਆਪਣੇ ਨਾਨਾ ਜੀ ਬਾਰੇ ਜੋ ਕਿ ਬਿਆਨ ਦਿੱਤਾ ਸੀਗਾ, ਉਸ ਤੋਂ ਬਾਅਦ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਵੀ ਚਰਚਾ ਛਿੜ ਚੁੱਕੀ ਹੈ। ਕਈ ਤਰ੍ਹਾਂ ਦੇ ਵਿਰੋਧ, ਕਈ ਚੀਜ਼ਾਂ ਸਾਹਮਣੇ ਆ ਚੁੱਕੀਆਂ ਨੇ ਤੇ ਪੰਜਾਬ ਦੇ ਮੁੱਦੇ 'ਚ ਪਾਸੇ ਹੋ ਗਏ ਨੇ। ਇਹਨਾਂ ਬਿਆਨਾਂ ਨੂੰ ਲੈ ਕੇ ਹੀ ਪੂਰੇ ਪੰਜਾਬ ਦਾ ਮਾਹੌਲ ਇਸ ਵਕਤ ਗਰਮਾਇਆ ਹੋਇਆ। ਇਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਚਾਹੇ ਉਹ ਭਗਤ ਸਿੰਘ ਨੂੰ ਲੈ ਕੇ ਦਿੱਤਾ ਹੋਇਆ ਬਿਆਨ ਹੋਵੇ ਜਾਂ ਉਹਨਾਂ ਵੱਲੋਂ ਆਪਣੇ ਨਾਨਾ ਬਾਰੇ ਦਿੱਤਾ ਗਿਆ ਬਿਆਨ ਹੋਵੇ? ਜੀ ਜੀ ਮੱਖੂ ਸਾਹਿਬ। ਦੀਪਨ ਜੀ, ਬੜੀ ਪਿਆਰੀ ਤੁਸੀਂ ਇੱਕ ਗੱਲ ਕਹੀ ਹੈ ਕਿ ਕੁਝ ਬਿਆਨਾਂ ਨੂੰ ਲੈ ਕੇ। ਪਹਿਲੀ ਗੱਲ ਤੇ ਇਹ ਹੈ ਕਿ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਕੁਝ ਸ਼ਖਸੀਅਤਾਂ ਨਾਲ ਮੇਰੀ ਗੱਲ ਹੋਈ ਸੀ ਤੇ ਉਹਦੇ ਵਿੱਚ ਮੈਂ ਮੁੱਖ ਰੂਪ ਦੇ ਵਿੱਚ ਇਹ ਗੱਲ ਕਹੀ ਸੀ। ਮੈਂ ਕਿਹਾ ਹੁਣ ਕੋਈ ਵੀ ਕੰਟਰੋਵਰਸ਼ੀਅਲ ਬਿਆਨ ਦੇਣ ਦੀ ਬਜਾਏ ਹੁਣ ਸੰਗਰੂਰ ਦੇ ਮੁੱਖ ਮੁੱਦਿਆਂ ਵਾਲੇ ਪਾਸੇ ਧਿਆਨ ਰੱਖਿਆ ਜਾਵੇ। ਸੰਗਰੂਰ ਦੇ ਇਲਾਕੇ ਦੀ ਪ੍ਰੋਬਲਮਸ ਕੀ ਹੈ, ਸਾਡੇ ਪੰਥਕ ਇਸ਼ੂ ਕੀ ਨੇ, ਉਹਨਾਂ ਸਾਰਿਆਂ ਦੇ ਉੱਪਰ ਧਿਆਨ ਕੇਂਦਰਿਤ ਕੀਤਾ ਜਾਵੇ ਤੇ ਜ਼ਿਆਦਾ ਵਧੀਆ ਹੈ। ਤੇ ਨਾਲੇ ਸੰਗਰੂਰ ਵਾਲਿਆਂ ਦਾ ਤੁਹਾਨੂੰ ਵੀ ਪਤਾ ਹੈ ਵੀ ਇਹ 1 ਮਿੰਟ ਲਾਉਂਦੇ ਆ, ਕਿਹੜਾ ਪੱਖ ਨਾ ਦੇਖਦੇ ਆ ਸਰਕਾਰ, ਨਾ ਦੇਖਦੇ ਆ ਸੀਐਮ, ਤੇ ਇਹ ਇੱਕ ਪਲਟਾ ਮਾਰ ਦਿੰਦੇ ਆ। ਇਹ ਗੱਲ ਮੈਂ ਕਹੀ ਸੀ। ਸੈਕਿੰਡ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਨਾਨੇ ਨੂੰ ਬਿਆਨਾਂ ਦੇ ਲੈ ਕੇ, ਮੈਂ ਦੀਪਨ ਜੀ ਬੜਾ ਹੈਰਾਨ ਆ ਸਾਡੇ ਲੋਕਾਂ ਦੀ ਮਾਨਸਿਕਤਾ ਵੱਲ। ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੋਈ ਬਿਆਨ ਦਿੱਤਾ ਹੈ ਤੇ ਉਸ ਬਿਆਨ ਨੂੰ ਤੱਥਾਂ ਦੇ ਨਾਲ, ਦਲੀਲਾਂ ਦੇ ਨਾਲ ਝੁਠਲਾਇਆ ਜਾ ਸਕਦਾ ਹੈ ਜਾਂ ਉਸ ਬਿਆਨ ਦੇ ਅਗੇਂਸਟ ਤੁਸੀਂ ਆਪਣੀ ਵਿਚਾਰ ਚਰਚਾ ਛੇੜ ਸਕਦੇ ਹੋ। ਪਰ ਮੈਂ ਬੜਾ ਹੈਰਾਨ ਹੋ ਗਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ, ਉਹਨਾਂ ਦਾ ਬਿਆਨ ਭਗਤ ਸਿੰਘ ਬਾਰੇ ਆਇਆ। ਮੈਂ ਉੱਤੇ ਕੁਝ ਵੀ ਅਜੇ ਬਿਆਨਬਾਜ਼ੀ ਨਹੀਂ ਕਰਦਾ ਪਿਆ ਵੀ ਉਹਨਾਂ ਦਾ ਬਿਆਨ ਸਹੀ ਹੈ ਗਲਤ ਹੈ, ਇਹ ਸਾਰੀਆਂ ਚੀਜ਼ਾਂ ਸੈਪਰੇਟ ਰੱਖ ਦਿਓ। ਪਰ ਉਹਦੇ ਵਿੱਚ ਇੱਕ ਚਰਚਾ ਬੜੀ ਵੱਡੀ ਆ ਗਈ, ਇੱਕ ਐਂਟਰੀ ਇੱਕਦਮ ਪੈ ਜਾਂਦੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਚੱਲਿਆ ਆਪਣੇ ਨਾਨੇ ਦੇ ਰਾਹ, ਹਨਾ, ਇਹ ਗੱਲ ਚੱਲੀ। ਉਸ ਤੋਂ ਬਾਅਦ ਨਾਲ ਦੀ ਨਾਲ ਗੱਲ ਛਿੜ ਜਾਂਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਚੱਲਿਆ ਆਪਣੇ ਨਾਨੇ ਅਰੂੜ ਸਿੰਘ ਦੇ ਰਾਹ। ਮੈਂ ਸਿਰਫ ਇਹ ਗੱਲ ਕਲੀਅਰ ਕਰਨੀ ਚਾਹੁੰਦਾ, ਅਰੂੜ ਸਿੰਘ ਕੌਣ ਹੈ? ਪਹਿਲੀ ਗੱਲ ਤੇ ਇਹ ਹੈ ਵੀ ਤੁਹਾਡੇ ਨਾਨੇ ਨੇ ਕੋਈ ਗਲਤੀ ਕੀਤੀ ਹੈ, ਜ਼ਰੂਰੀ ਨਹੀਂ ਵੀ ਨਾਨੇ ਦੀ ਗਲਤੀ ਦੋਤੇ ਨੂੰ ਭੁਗਤਣੀ ਪਵੇ। ਪਹਿਲੀ ਗੱਲ ਤੇ ਇਹ ਹੈ। ਸੈਕਿੰਡ, ਜੇ ਆਪਾਂ ਇਸੇ ਪੱਖ ਨੂੰ ਲੈ ਕੇ ਚੱਲਣਾ ਆ ਤੇ ਫਿਰ ਉਹਨਾਂ ਦਾ ਸਾਂਢੂ ਜੋ ਆਪਣੇ ਪਿਛਲੇ ਸੀਐਮ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਜੀ, ਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਅਕਸਰ ਕੀ ਛਿੜਦੀ ਰਹੀ ਹੈ, ਉਹਨਾਂ ਦੀ ਅਯਾਸ਼ੀ ਨੂੰ ਲੈ ਕੇ ਛਿੜਦੀ ਰਹੀ ਹੈ, ਅਰੂਸ਼ਾ ਨੂੰ ਲੈ ਕੇ ਛਿੜਦੀ ਰਹੀ ਹੈ, ਸੀਤਾਫਲ ਦੀ ਗੱਲ, ਚੀਕੂ ਦੀ ਗੱਲਬਾਤ ਚੱਲਦੀ ਰਹੀ ਹੈ। ਹੁਣ ਉਹ ਉਹਨਾਂ ਦੇ ਸਕੇ ਸਾਂਢੂ ਨੇ, ਹੁਣ ਉਹਨਾਂ ਦੀਆਂ ਗਲਤੀਆਂ ਇਹਨਾਂ ਦੇ ਸਿਰ ਤੇ ਤਾਂ ਨਹੀਂ ਪਾਈਆਂ ਜਾ ਸਕਦੀਆਂ, ਨਾਨੇ ਦੀ ਦੋਤੇ ਦੇ ਉੱਪਰ ਤੇ ਨਹੀਂ ਪਾਈ ਜਾ ਸਕਦੀ। ਹੁਣ ਸਵਾਲ ਪੈਦਾ ਹੋ ਗਿਆ ਉਹਨਾਂ ਦਾ ਨਾਨਾ ਕੌਣ ਸੀ, ਕਿਸ ਤਰੀਕੇ ਨਾਲ। ਜੇ ਇਸੇ ਪੱਖ ਨੂੰ ਆਪਾਂ ਲੈ ਕੇ ਚੱਲੀਏ ਵੀ ਨਾਨੇ ਦੀ ਜਿਹੜੀ ਇਹ ਦੋਤੇ ਦੇ ਉੱਪਰ ਪੈ ਜਾਏਗੀ, ਦਾਦੇ ਦੀ ਪੋਤੇ ਦੇ ਉੱਪਰ ਪੈ ਜਾਵੇਗੀ, ਤੇ ਹੁਣ ਜੇ ਪੰਜਾਬ ਦੇ ਆਪਾਂ ਮੌਜੂਦਾ ਵਿਧਾਨ ਸਭਾ ਸਪੀਕਰ ਦੀ ਗੱਲ ਕਰੀਏ ਸਰਦਾਰ ਕੁਲਤਾਰ ਸਿੰਘ ਸੰਧਮਾ ਤੇ ਗਿਆਨੀ ਜੈਲ ਸਿੰਘ ਦੇ ਪੋਤੇ ਨੇ, ਤੇ ਜੇ ਇਹੀ ਗੱਲ ਨੂੰ ਲੈ ਕੇ ਚੱਲਣਾ ਦਰਬਾਰ ਸਾਹਿਬ ਦੇ ਉੱਪਰ ਜਦੋਂ ਅਟੈਕ ਹੁੰਦਾ ਹੈ ਤੇ ਮੌਕੇ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਪ੍ਰਵਾਨਗੀ ਦਿੱਤੀ ਕਿਉਂ, ਕਿ ਇਸ ਅਟੈਕ ਨੂੰ ਰੋਕ ਸਕਦੇ ਸੀ ਜਾਂ ਨਹੀਂ ਰੋਕ ਸਕਦੇ। ਹੁਣ ਸਾਰੇ ਸਵਾਲ ਤੇ ਫਿਰ ਉਹਨਾਂ ਦੇ ਉੱਪਰ ਵੀ ਆ ਜਾਣਗੇ। ਗਿਆਨੀ ਜੈਲ ਸਿੰਘ ਦੇ ਪੋਤੇ ਨੇ ਮੌਜੂਦਾ ਜਿਹੜੇ ਹੁਣ ਆਪਣੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਐਮਐਲਏ ਵੀ ਨੇ। ਹੁਣ ਸੋ ਐਸਾ ਨਹੀਂ ਹੁੰਦਾ ਵੀ ਅਸੀਂ 2 ਭਰਾਵਾਂ, ਮੰਨ ਲਓ ਹੁਣ ਗਲਤੀ ਇੱਕ ਭਰਾ ਨੇ ਕੀਤੀ ਹੈ ਤੇ ਦੂਜੇ ਭਰਾ ਨੂੰ ਸਵੇਰੇ ਅਖਬਾਰ ਦੇ ਵਿੱਚ ਲਿਖ ਦਿੱਤਾ ਜਾਵੇ ਵੀ ਹਰਪ੍ਰੀਤ ਸਿੰਘ ਮਖੂ ਦੇ ਭਰਾ ਨੇ ਕੀਤਾ ਇਹ ਗੁਨਾਹ,
ਤੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਵੀ ਮੇਰੇ ਭਰਾ ਦਾ ਵੀ ਤੇ ਕੋਈ ਨਾਮ ਹੋਵੇਗਾ ਨਾ, ਤੁਸੀਂ ਉਹਦਾ ਨਾਮ ਲਿਖੋ, ਨਾਲ ਹਰਪ੍ਰੀਤ ਸਿੰਘ ਮਖੂ ਨੂੰ ਅਟੈਚ ਕਿਉਂ ਕਰਦੇ ਪਏ ਹੋ? ਸੋ ਸਭ ਤੋਂ ਵੱਡੀ ਦਿੱਕਤ ਇਹ ਹੈ, ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੋਈ ਬਿਆਨ ਦਿੱਤਾ, ਮੈਂ ਕਹਿੰਦਾ ਦਲੀਲਾਂ ਨਾਲ ਬਿਆਨ ਨੂੰ ਤੁਸੀਂ ਕੱਟੋ, ਕਾਨੂੰਨੀ ਕਾਰਵਾਈ ਕਰਨੀ ਹੈ ਕਾਨੂੰਨੀ ਕਾਰਵਾਈ ਕਰੋ, ਇਹ ਸਾਰੀਆਂ ਗੱਲਾਂ ਆ ਜਾਂਦੀਆਂ। ਪਰ ਨਾਨੇ ਦੇ ਰਾਹ, ਨਾਨੇ ਨੇ ਆ ਕੀਤਾ। ਹੁਣ ਮੈਂ ਥੋੜੀ ਜਿਹੀ ਇੱਕ ਚੀਜ਼ ਤੁਹਾਨੂੰ ਦੱਸ ਦੇਣੀ ਚਾਹੁੰਦਾ, ਜਿਹੜੀ ਗੱਲ ਬਾਰ-ਬਾਰ ਚੱਲੀ ਹੈ ਨਾ ਨਾਨੇ ਵਾਲੀ, ਮੈਂ ਚਾਹੁੰਦਾ ਵੀ ਉਹ ਨਾਨੇ ਵਾਲਾ ਪੱਖ ਆਪਾਂ ਕਲੀਅਰ ਕਰ ਦਈਏ। ਅਰੂੜ ਸਿੰਘ ਕੌਣ ਸੀ, ਬਹੁਤੇ ਲੋਕਾਂ ਨੂੰ ਨਹੀਂ ਪਤਾ। ਮੈਂ ਕਹਿੰਦਾ ਜਰੂਰ ਕਲੀਅਰ ਕਰ ਦਿਓ, ਇਹ ਬਹੁਤ ਜ਼ਰੂਰੀ ਹੋ ਚੁੱਕਿਆ ਜਾਣਨਾ ਕਿ ਕੌਣ ਸੀਗੇ ਅਰੂੜ ਸਿੰਘ ਜੀ। ਬਿਲਕੁਲ ਜੀ, ਮੈਂ ਦੱਸ ਦੇਣਾ ਚਾਹੁੰਦਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਸੀ ਅਰੂੜ ਸਿੰਘ। ਹੁਣ ਗਜ਼ਬ ਦੀ ਗੱਲ ਕੀ ਹੈ ਵੀ 1865 ਦੇ ਵਿੱਚ ਉਹਨਾਂ ਦਾ ਬਰਥ ਹੁੰਦਾ ਹੈ ਤੇ 1905 ਦੇ ਵਿੱਚ ਉਹਨਾਂ ਦੀ ਉਮਰ ਹੁੰਦੀ ਹੈ 40 ਸਾਲ। 40 ਸਾਲਾਂ ਦੀ ਉਮਰ ਦੇ ਵਿੱਚ ਉਹ ਦਰਬਾਰ ਸਾਹਿਬ ਦੇ ਸਰਬਰਾਹ ਬਣ ਗਏ, ਦਰਬਾਰ ਸਾਹਿਬ ਦੇ ਸਰਬਰਾਹ। ਹੁਣ ਕਈ ਵਾਰੀ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ, ਕਿਉਂਕਿ ਪੁਰਾਣਾ ਵਰਡ ਹੈ ਵੀ ਸਰਬਰਾਹ ਕਿਹਨੂੰ ਕਿਹਾ ਜਾਂਦਾ ਆ, ਸਰਬਰਾਹ ਦੇ ਆਪਾਂ ਕਹਿ ਲਈਏ ਪੂਰਾ ਪ੍ਰਬੰਧ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਿਆ। ਜਿੰਨਾ ਵੀ ਉਹ ਆਰਥਿਕ ਤੌਰ ਦੇ ਉੱਪਰ ਹੈ ਜਾਂ ਧਾਰਮਿਕ ਤੌਰ ਦੇ ਉੱਪਰ ਹੈ, ਜਿੰਨਾ ਵੀ ਸਾਰਾ ਪ੍ਰਬੰਧ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਿਆ। ਇਹ 1905 ਦੇ ਵਿੱਚ 1865 ਦੇ ਵਿੱਚ ਬਰਥ ਹੁੰਦਾ ਹੈ, 1926 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ 1905 ਦੇ ਵਿੱਚ ਉਹ ਦਰਬਾਰ ਸਾਹਿਬ ਦੇ ਸਰਬਰਾਹ ਬਣਦੇ ਨੇ। ਹੁਣ ਜਦੋਂ ਦਰਬਾਰ ਸਾਹਿਬ ਦੇ ਸਰਬਰਾਹ ਬਣਦੇ ਆ, ਉਮਰ ਸੀ ਸਰਦਾਰ ਅਰੂੜ ਸਿੰਘ ਦੀ 40 ਸਾਲ। ਹੁਣ ਇੱਥੇ ਵੀ ਇੱਕ ਸਵਾਲ ਆਏਗਾ ਕਿ ਹਰਪ੍ਰੀਤ ਸਿੰਘ ਮਖੂ ਉਹਨਾਂ ਨੂੰ ਸਰਦਾਰ ਕਿਉਂ ਸੰਬੋਧਨ ਕਰਦਾ ਹੈ, ਉਹਨੂੰ ਅਰੂੜ ਕੱਲਾ ਕਿਉਂ ਨਹੀਂ ਕਹਿੰਦੇ, ਉਹਦੇ ਨਾਮ ਨਾਲ ਸਿੰਘ ਕਿਉਂ ਨਹੀਂ ਲੱਗਦਾ? ਕਿਉਂਕਿ ਉਹਨੇ ਆਪਣੀ ਗਲਤੀ ਦੀ ਮਾਫੀ ਮੰਗ ਕੇ ਅਸਤੀਫਾ ਦੇ ਦਿੱਤਾ ਸੀ, ਇਸ ਕਰਕੇ ਮੈਂ ਉਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਦੀ ਵਰਤੋਂ ਕਰਦਾ ਵਾਂ। ਹੁਣ ਬੜਾ ਧਿਆਨ ਨਾਲ ਦੀਪਨ ਜੀ ਸੁਣਿਆ ਜੇ, ਇਹ ਮਸਲਾ ਬੜਾ ਗੰਭੀਰ ਬਣਦਾ ਜਾ ਰਿਹਾ ਹੈ। ਇਸ ਮਸਲੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਦੱਸਣਾ ਬੜਾ ਜ਼ਰੂਰੀ ਹੈ। ਜਦੋਂ 40 ਸਾਲਾਂ ਦੀ ਉਮਰ ਦੇ ਵਿੱਚ 1905 ਦੇ ਵਿੱਚ ਦਰਬਾਰ ਸਾਹਿਬ ਦੇ ਸਰਬਰਾਹ ਬਣੇ ਤੇ ਉਸ ਸਮੇਂ ਦੇ ਵਿੱਚ ਕੁਝ ਐਸਾ ਸੀ, ਕਿਉਂਕਿ ਪੁਜਾਰੀਆਂ ਦੇ ਕੋਲ, ਮਹੰਤਾਂ ਦੇ ਕੋਲ ਗੁਰਦੁਆਰਿਆਂ ਦੇ ਕਬਜ਼ੇ ਹੁੰਦੇ ਸੀ, ਉਹਨਾਂ ਦੀ ਪਿੱਠ ਤਪਤ ਪਾਉਂਦਾ ਸੀ ਅੰਗਰੇਜ਼, ਸਰਬਰਾਹ ਦੀ ਨਿਯੁਕਤੀ ਅੰਗਰੇਜ਼ ਆਪ ਕਰਦਾ ਸੀ। ਪਰ ਇਹ ਸ਼ਖਸ ਨੇ ਸੋਚਿਆ ਵੀ ਦਰਬਾਰ ਸਾਹਿਬ ਦੇ ਅੰਦਰ ਕੁਝ ਲੋਕ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਆ ਜਾਂਦੇ ਨੇ। ਅਕਸਰ ਕੀ ਤੁਸੀਂ ਦੇਖਿਆ ਹੋਵੇਗਾ, ਆਪਾਂ ਕਿਤੇ ਸਟਰੀਟ ਲਾਈਟ ਦੇ, ਆਪਾਂ ਜਦੋਂ ਕਿਤੇ ਰਸਤੇ ਦੇ ਵਿੱਚ ਰੈੱਡ ਲਾਈਟ ਹੋ ਜਾਂਦੀ, ਆਪਣੀਆਂ ਗੱਡੀਆਂ ਰੁਕਦੀਆਂ ਨੇ ਤੇ ਤੁਸੀਂ ਦੇਖੋਗੇ ਕਈ ਵਾਰੀ ਮੰਗਤੇ ਆ ਜਾਂਦੇ ਨੇ। ਉਹ ਆਪਣੇ ਆਰਥਿਕ ਤੌਰ ਤੇ ਮੰਗਣ ਤੇ ਗੱਲ ਫਿਰ ਵੀ ਸਮਝ ਦੇ ਵਿੱਚ ਪੈਂਦੀ ਹੈ, ਪਰ ਕਈ ਵਾਰੀ ਤੁਸੀਂ ਸ਼ਨੀਵਾਰ ਵਾਲਾ ਦਿਨ ਵੇਖੋਗੇ ਡੋਲੂ ਦੇ ਵਿੱਚ ਤੇਲ ਪਾਇਆ ਹੁੰਦਾ ਹੈ, ਪਤਾ ਨਹੀਂ ਉਹਦੇ ਵਿੱਚ ਕਿਹੜਾ ਦੇਵੀ ਦੇਵਤਾ ਰੱਖਿਆ ਹੁੰਦਾ। ਕਿਉਂਕਿ ਮੈਂ ਕਿਸੇ ਵੀ ਇਸ ਤਰੀਕੇ ਦਾ ਬਿਆਨ ਨਹੀਂ ਦੇਣਾ ਚਾਹੁੰਦਾ, ਕਿਉਂਕਿ ਜੇ ਮੰਨ ਲਓ ਮੈਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਪਰ ਉਹਦੇ ਤੇ ਕਿਸੇ ਦੀ ਆਸਥਾ ਵੀ ਤੇ ਹੁੰਦੀ ਹੈ ਨਾ, ਇਸ ਕਰਕੇ ਮੈਂ ਕੋਈ ਐਸਾ ਬਿਆਨ ਨਹੀਂ ਦੇਣਾ ਚਾਹੁੰਦਾ। ਉਹ ਦੇਵੀ ਦੇਵਤਿਆਂ ਦੇ ਨਾਮ ਦੇ ਉੱਪਰ ਵੀ ਮੰਗਦੇ ਨੇ, ਸ਼ਨੀ ਨੂੰ ਤੇਲ ਚੜਾਉਣ ਦੀ ਗੱਲ ਵੀ ਕਰਦੇ ਨੇ, ਪੈਸਿਆਂ ਦੀ ਗੱਲ ਵੀ ਕਰਦੇ ਨੇ। ਇਸੇ ਪ੍ਰਕਾਰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੁਝ ਲੋਕ ਮੂਰਤੀਆਂ ਲੈ ਕੇ ਆ ਜਾਂਦੇ ਸੀ, ਜਿਹੜੇ ਆਉਂਦੀ ਜਾਂਦੀ ਸੰਗਤ ਨੂੰ ਗੁੰਮਰਾਹ ਕਰਦੇ ਹੁੰਦੇ ਸਨ। ਤੇ ਉਸ ਵੇਲੇ ਅਰੂੜ ਸਿੰਘ ਨੇ ਸੋਚਿਆ ਸਰਬਰਾਹ ਹੁੰਦਿਆਂ ਇਹ ਵੀ ਪੱਖ ਨਾਲ ਲੈਣਾ ਪੈਣਾ, ਨੈਗੇਟਿਵ ਤੇ ਪੋਜ਼ਿਟਿਵ ਦੋਵੇਂ ਲੈਣੇ ਪੈਣੇ ਆ। ਉਹਨਾਂ ਦਾ ਚੰਗਾ ਕੰਮ ਉਹ ਵੀ ਦੱਸਣਾ ਪਏਗਾ, ਮਾੜਾ ਕੰਮ ਉਹ ਵੀ ਦੱਸਣਾ ਪਏਗਾ। ਉਹਨਾਂ ਸੋਚਿਆ ਵੀ ਇਹ ਲੋਕ ਜਿਹੜੇ ਨੇ ਅੰਦਰ ਆ ਕੇ ਗੁੰਮਰਾਹ ਕਰਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਵੇ। ਅਰੂੜ ਸਿੰਘ ਨੇ ਉਹਨਾਂ ਨੂੰ ਰੋਕਿਆ। ਜਦੋਂ ਰੋਕਿਆ, ਇੱਕ ਵਾਰੀ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ, ਉਹ ਨਹੀਂ ਰੁਕੇ, ਅਗਲੇ ਦਿਨ ਫਿਰ ਆ ਗਏ। ਫਿਰ ਉਹਨੇ ਕੀ ਕੀਤਾ ਵੀ ਨੋਟਿਸ ਕੱਢ ਦਿੱਤਾ ਵੀ ਜੇ ਇੰਨੇ ਦਿਨਾਂ ਦੇ ਵਿੱਚ ਤੁਸੀਂ ਨਾ ਰੁਕੇ, ਤੁਹਾਡੇ ਤੇ ਸਖਤ ਐਕਸ਼ਨ ਆਵੇਗਾ। 2-4 ਦਿਨ ਫਿਰ ਮੈਂ ਫਿਰ ਆ ਗਏ। ਫਿਰ ਉਸ ਤੋਂ ਬਾਅਦ ਉਹਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਹ ਗੱਲ ਕਹੀ ਸੀ ਵੀ ਮੈਨੂੰ ਫੋਰਸ ਦਿੱਤੀ ਜਾਵੇ, ਇਧਰੋਂ ਸਾਡੇ ਕੋਲੇ ਆਪਣੇ ਦਰਬਾਰ ਸਾਹਿਬ ਦੇ ਸੇਵਾਦਾਰ ਨੇ, ਇਹ ਪਿਆਰ ਨਾਲ ਜੇ ਨਹੀਂ ਕੱਟਦੇ ਤੇ ਫਿਰ ਡਾਂਗ ਸੋਟੇ ਵਾਲਾ ਜਿਹੜਾ ਤਰੀਕਾ ਉਹ ਵਰਤਿਆ ਜਾਵੇਗਾ। ਉਸ ਤੋਂ ਬਾਅਦ ਅੰਦਰ ਮੂਰਤੀਆਂ ਲੈ ਕੇ ਆਉਣੋਂ ਕੁਝ ਸ਼ਰਾਰਤੀ ਲੋਕ ਜਿਹੜੇ ਸੀ ਉਹ ਹਟ ਗਏ। ਹੁਣ ਇਹ ਚੰਗਾ ਕੰਮ ਵੀ ਕਿਹਾ ਜਾਵੇਗਾ, ਇਹ ਜਿਹੜਾ ਪੱਖ ਹੈ ਇਹ ਵੀ ਪੇਸ਼ ਕੀਤਾ ਜਾਵੇਗਾ। ਜਦੋਂ ਗੱਲ ਚੱਲੇਗੀ, ਖੰਗਾਲਿਆ ਜਾਵੇਗਾ ਇਤਿਹਾਸ, ਤੇ ਇਹ ਸਾਰੀਆਂ ਚੀਜ਼ਾਂ ਆਉਣਗੀਆਂ। ਹੁਣ ਉਹਨਾਂ ਤੇ ਦੋ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਜਿਹਦੇ ਕਰਕੇ ਕੌਮ ਉਹਨਾਂ ਦੇ ਖਿਲਾਫ ਹੋ ਗਈ ਤੇ ਅੱਜ ਤੱਕ ਲੋਕ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਨੇ, ਉਹ ਸਭ ਤੋਂ ਵੱਡਾ ਦੀਪਨ ਜੀ ਕਾਰਨ ਇਹ ਹੈ, ਤੁਸੀਂ ਦੇਖੋ ਵੀ 1905 ਦੇ ਵਿੱਚ ਸਰਬਰਾਹ ਬਣੇ ਤੇ 2020 ਤੱਕ ਉਹ ਸਰਬਰਾਹ ਰਹੇ ਹੈ। ਹੁਣ ਇਹ ਜਿਹੜਾ 15 ਸਾਲ ਦਾ ਵਕਬਾ ਸੀ, ਇਹਦੇ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਇੱਕ ਤੇ 1914 ਦੇ ਵਿੱਚ ਵਾਪਰਦੀ ਹੈ ਕਾਮਾਗਾਟਾ ਮਾਰੂ ਜਹਾਜ਼ ਵਾਲੀ, ਇੱਕ 1919 ਦੇ ਵਿੱਚ ਵਾਪਰਦੀ ਹੈ ਜਲਿਆਂਵਾਲੇ ਬਾਗ ਵਾਲੀ। ਇਹਨਾਂ ਦੋਵਾਂ ਘਟਨਾਵਾਂ ਦੇ ਵਿੱਚ ਅਰੂੜ ਸਿੰਘ ਦਾ ਰੋਲ ਪੋਜ਼ਿਟਿਵ ਨਹੀਂ ਸੀ, ਜਿਹਦੇ ਕਰਕੇ ਸਿੱਖ ਕੌਮ ਇਹਨਾਂ ਦੇ ਖਿਲਾਫ ਹੋ ਗਈ, ਇਹਨਾਂ ਨੂੰ ਸਰਬਰਾਹੀ ਛੱਡਣੀ ਪਈ, ਇਹਨਾਂ ਨੂੰ ਮਾਫੀ ਮੰਗਣੀ ਪਈ। ਉਸ ਤੋਂ ਬਾਅਦ ਕਿਸੇ ਵੀ ਇਹ ਪੋਲੀਟੀਕਲ ਮੁੱਦੇ ਦੇ ਵਿੱਚ ਨਹੀਂ ਆਏ। 1926 ਦੇ ਵਿੱਚ ਇਹ ਅਕਾਲ ਚਲਾਣਾ ਕਰ ਗਿਆ, ਪਰ ਅੱਜ ਤੱਕ ਵੀ ਉਹ ਚੀਜ਼ ਇਹਨਾਂ ਦੇ ਨਾਲ ਨਾਲ ਤੁਰੀ ਆ ਰਹੀ ਹੈ। ਮੈਂ ਥੋੜੀਆਂ ਜਿਹੀਆਂ ਦੋ ਘਟਨਾਵਾਂ ਦਾ ਵੇਰਵਾ ਪਾਉਣਾ ਚਾਹੁੰਦਾ ਮੈਂ। 1905 ਦੇ ਵਿੱਚ ਸਰਬਰਾਹ ਬਣਦੇ ਨੇ ਤੇ 1914 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਾਮਾਗਾਟਾ ਮਾਰੂ ਜਹਾਜ਼ ਵਾਲੀ। ਜਦੋਂ ਕਾਮਾਗਾਟਾ ਮਾਰੂ ਜਹਾਜ਼
ਉਬਰ ਤੋਂ ਵਾਪਸ ਕਰ ਦਿੱਤਾ ਜਾਂਦਾ ਹੈ ਤੇ ਕਲਕੱਤੇ ਦੀ ਧਰਤੀ ਦੇ ਉੱਪਰ ਆਪੜਦੇ ਨੇ ਬਜਬਜ ਘਾਟ ਦੇ ਉੱਪਰ ਅੰਗਰੇਜ਼ ਵੱਲੋਂ ਗੋਲੀ ਚਲਾਈ ਜਾਂਦੀ ਹੈ। ਜਦੋਂ ਗੋਲੀ ਚੱਲਦੀ ਹੈ ਤੇ ਉਸ ਸਮੇਂ ਸਰਬਰਾਹ ਦਾ ਜੋ ਬਿਆਨ ਸੀ ਉਹ ਪੋਜ਼ਿਟਿਵ ਨਹੀਂ ਸੀ, ਉਹ ਆਪਣੀ ਕੌਮ ਦੀ ਪਿੱਠ ਥਪਥ ਪਾਉਣ ਵਾਲਾ ਨਹੀਂ ਸੀ। ਉਹ ਜਿਹੜਾ ਬਿਆਨ ਸੀ ਨਾ ਕਿਤੇ ਅੰਗਰੇਜ਼ ਪੱਖੀ ਸੀ। ਉਹਦੇ ਵਿੱਚ ਅਰੂੜ ਸਿੰਘ ਨੇ ਗੱਲ ਕਹੀ ਕਿ ਇਹ ਲੋਕ ਸਿੱਖ ਹੀ ਨਹੀਂ, ਆਹ ਸ਼ਬਦ ਵਰਤਿਆ ਗਿਆ, ਜਿਹਦੇ ਕਰਕੇ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਦੇ ਵਿੱਚ ਰੋਸ ਆਇਆ ਵੀ ਅਸੀਂ ਤੇ ਆਪਣੇ ਹਾਲਾਤਾਂ ਨੂੰ ਸੁਧਾਰਨ ਦੀ ਗੱਲ ਕਰਦੇ ਪਏ ਆ ਤੇ ਇਹਨਾਂ ਨੇ ਕਹਿ ਦਿੱਤਾ ਵੀ ਇਹ ਸਿੱਖ ਹੀ ਨਹੀਂ। ਇੱਕ ਕਾਰਨ ਇਹ ਬਣ ਗਿਆ। ਦੂਜਾ 1919 ਦੇ ਵਿੱਚ ਜਦੋਂ ਜਨਰਲ ਡਾਇਰ ਦੇ ਹੁਕਮਾਂ ਦੇ ਉੱਪਰ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚੱਲ ਜਾਂਦੀ ਹੈ, ਨਿਹੱਥੇ ਬੇਕਸੂਰ ਲੋਕ ਮਾਰੇ ਜਾਂਦੇ ਨੇ ਤੇ ਉਸ ਤੋਂ ਕੁਝ ਸਮੇਂ ਬਾਅਦ ਡਾਇਰ ਨੂੰ ਦਰਬਾਰ ਸਾਹਿਬ ਦੇ ਵਿੱਚ ਸਿਰੋਂ ਪਾਉ ਪਾ ਕੇ ਸਨਮਾਨਿਤ ਕਰ ਦੇਣਾ, ਇਹ ਜਦੋਂ ਗੱਲ ਲੋਕਾਂ ਦੇ ਵਿੱਚ ਗਈ ਤੇ ਲੋਕਾਂ ਦੇ ਵਿੱਚ ਇੱਕ ਬੜਾ ਵੱਡਾ ਰੋਸ ਪੈਦਾ ਹੋ ਗਿਆ। ਜਿਵੇਂ ਪਿਛਲੇ ਦਿਨਾਂ ਦੀ ਮੈਂ ਘਟਨਾ ਤੁਹਾਨੂੰ ਸੁਣਾਉਣਾ ਮੈਂ, ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਉਦੋਂ ਵੀ ਲੋਕ ਸੜਕਾਂ ਦੇ ਉੱਪਰ ਆ ਗਏ ਸੀ ਤੇ ਉਦੋਂ ਵੀ ਉਹਨਾਂ ਨੇ ਮੰਗ ਕੀਤੀ ਸੀ ਵੀ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਹੈ, ਇਸ ਕਰਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਇਹ ਬਦਲ ਦਿੱਤਾ ਜਾਵੇ। ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ, ਨਾਲ ਹੀ ਕਹਿ ਦਿੰਦੇ ਸੀ ਪਰ ਜਥੇਦਾਰ ਬੇਈਮਾਨ ਹੈ। ਇਹ ਗੱਲਾਂ ਚੱਲੀਆਂ, ਉਦੋਂ ਲੋਕਾਂ ਦਾ ਰੋਹ ਹੋਇਆ ਤੇ ਸੜਕਾਂ ਦੇ ਉੱਪਰ ਆਏ ਤੇ ਜਥੇਦਾਰ ਬਦਲ ਦਿੱਤਾ ਗਿਆ। ਇਸੇ ਪ੍ਰਕਾਰ 1919 ਦੇ ਵਿੱਚ ਵੀ ਇੱਕ ਬੜਾ ਵੱਡਾ ਰੋਹ ਪੈਦਾ ਹੋ ਗਿਆ ਵੀ ਜਿਸ ਨੇ ਜਲਿਆਂਵਾਲੇ ਬਾਗ ਦੇ ਵਿੱਚ ਨਿਹੱਥੇ ਤੇ ਬੇਕਸੂਰ ਲੋਕਾਂ ਦੇ ਉੱਪਰ ਗੋਲੀ ਚਲਵਾਈ, ਜਿਹਦੇ ਹੁਕਮਾਂ ਦੇ ਉੱਪਰ ਗੋਲੀ ਚੱਲੀ ਤੇ ਉਹਦਾ ਦਰਬਾਰ ਸਾਹਿਬ ਦੇ ਵਿੱਚ ਸਨਮਾਨ ਹੋ ਜਾਣਾ ਬੜੀ ਸ਼ਰਮ ਵਾਲੀ ਗੱਲ ਹੈ। ਜਿਨ੍ਹਾਂ ਲੋਕਾਂ ਦੇ ਹੁਕਮਾਂ ਦੇ ਉੱਪਰ ਜਾਂ ਜਿਨ੍ਹਾਂ ਲੋਕਾਂ ਦੀ ਦੇਖ ਰੇਖ ਦੇ ਵਿੱਚ ਸਨਮਾਨ ਹੋਇਆ ਉਹ ਲੋਕ ਜਿਹੜੇ ਨੇ ਦਰਬਾਰ ਸਾਹਿਬ ਦੇ ਵਿੱਚੋਂ ਕੱਢੇ ਜਾਣੇ ਚਾਹੀਦੇ ਨੇ। ਉਹ ਫਿਰ ਇੱਕ ਜਿਵੇਂ ਕਹਿੰਦੇ ਚਿਣਕ ਜਿਹੜੀ ਸੀ, ਚਿਣਕ ਬਲਦੀ ਇੱਕ ਭਾਂਬੜ ਬਣ ਗਈ ਤੇ 1920 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਇੱਕ ਉੱਥੇ ਕਮੇਟੀ ਸੀ, ਗੁਰਦੁਆਰਾ ਸੇਵਕ ਕਮੇਟੀ, ਉਹਨਾਂ ਦੇ ਜਿਹੜੇ ਸੈਕਟਰੀ ਸਨ ਉਹਨਾਂ ਦਾ ਨਾਮ ਸੀ ਸਰਦਾਰ ਦੇਵਾ ਸਿੰਘ। ਦੇਵਾ ਸਿੰਘ ਨੇ ਅਗਸਤ ਮਹੀਨੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਮੀਟਿੰਗ ਕੀਤੀ ਤੇ ਉਹਦੇ ਵਿੱਚ ਟਾਈਮ ਫਿਕਸ ਕਰ ਦਿੱਤਾ ਗਿਆ ਵੀ 15 ਅਗਸਤ 1920 ਨੂੰ ਆਪਾਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਰੱਖਾਂਗੇ। ਹੁਣ ਜਦੋਂ ਇਕੱਠ ਰੱਖਣ ਦੀ ਗੱਲ ਚੱਲੀ ਹੈ ਤੇ 14 ਅਗਸਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਇਸ ਇਕੱਠ ਦੇ ਉੱਪਰ ਰੋਕ ਲਾ ਦਿੱਤੀ ਗਈ, ਪਰ ਲੋਕ ਜਜ਼ਬਾਤੀ ਸਨ। ਜਦੋਂ ਜਜ਼ਬਾਤਾਂ ਨੂੰ ਲਾਂਬੂ ਲੱਗਾ ਹੋਵੇ, ਉਹ 15 ਅਗਸਤ ਨੂੰ ਸਾਰੇ ਉੱਥੇ ਇਕੱਠੇ ਹੋ ਗਏ। ਇਕੱਠੇ ਹੋਣ ਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਵੀ ਆਪਾਂ ਕਿਸੇ ਵੀ ਤਰੀਕੇ ਸਰਬਰਾਹ ਅਰੂੜ ਸਿੰਘ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕਰਾਂਗੇ। ਤੇ ਉਹਨਾਂ ਨੇ ਨਾਲ ਦੀ ਨਾਲ 16 ਤਰੀਕ ਨੂੰ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਮੀਟਿੰਗ ਫਿਰ ਰੱਖ ਲਈ। ਉਹ ਜਿਹੜਾ ਜਲਸਾ ਸੀ ਉਹਦੇ ਵਿੱਚ 7 ਦਿਨਾਂ ਦਾ ਟਾਈਮ ਦੇ ਦਿੱਤਾ ਗਿਆ ਵੀ ਜੇ ਤੇ 7 ਦਿਨਾਂ ਦੇ ਵਿੱਚ ਇਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਚਲਾ ਜਾਂਦਾ ਹੈ, ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲੈਂਦਾ ਹੈ ਤੇ ਕਹਿੰਦੇ ਠੀਕ ਹੈ, ਜੇ ਨਹੀਂ ਜਾਂਦਾ ਤੇ ਇਹਦਾ ਪੁਤਲਾ ਫੂਕਿਆ ਜਾਵੇਗਾ। ਹੁਣ 7 ਦਿਨ ਦਾ ਜਿਹੜਾ ਟਾਈਮ ਹੈ ਉਹ ਦੇ ਦਿੱਤਾ ਗਿਆ ਵੀ 7 ਦਿਨਾਂ ਬਾਅਦ ਪੁਤਲਾ ਫੂਕਿਆ ਜਾਵੇਗਾ ਤੇ ਉਹ ਪੁਤਲਾ ਫੂਕਣ ਦੇ ਅਰਥ ਇਹ ਗਿਣੇ ਜਾਣਗੇ ਵੀ ਅੱਜ ਤੋਂ ਬਾਅਦ ਇਹ ਕੌਮ ਵਾਲੇ ਪਾਸਿਓਂ ਮਰ ਚੁੱਕਾ ਹੈ। ਇਹ ਘਬਰਾ ਗਿਆ, ਇਹ 2 ਮਹੀਨੇ ਦੀ ਛੁੱਟੀ ਲੈ ਗਿਆ ਅਰੂੜ ਸਿੰਘ ਤੇ ਟੈਂਪਰੇਰੀ ਦਾ ਪ੍ਰਬੰਧ ਹੈ ਉਹ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਪਰ ਸੰਗਤਾਂ ਦੇ ਵਿੱਚ ਜਿਹੜਾ ਰੋਸ ਸੀ ਉਹ 2 ਮਹੀਨੇ ਦੀ ਛੁੱਟੀ ਨੂੰ ਪ੍ਰਮਾਣ ਨਹੀਂ ਸੀ ਕਰਦੇ। ਉਹ ਕਹਿੰਦੇ 2 ਮਹੀਨੇ ਦੀ ਛੁੱਟੀ ਦੀ ਪ੍ਰਮਾਣਗੀ ਨਹੀਂ, ਕਿਰਪਾ ਕਰਕੇ ਇਹਨਾਂ ਨੂੰ ਪੱਕਾ ਹੀ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਵੀ ਇਹਦਾ ਜਿਹੜਾ ਪ੍ਰਬੰਧ ਹੈ, ਇਹਦੇ ਪ੍ਰਬੰਧ ਦੇ ਦੌਰਾਨ 2 ਵੱਡੀਆਂ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਇਹਦਾ ਰੋਲ ਬਿਲਕੁਲ ਵੀ ਪੋਜ਼ਿਟਿਵ ਨਹੀਂ ਰਿਹਾ। ਇਸ ਕਰਕੇ ਫਿਰ ਅਰੂੜ ਸਿੰਘ ਨੇ ਕੀ ਕੀਤਾ, ਇਹ ਕਹਿੰਦਾ ਵੀ ਮੈਂ ਇੰਜ ਕਰਦਾ, ਇਹਨੇ ਆਪਣੇ ਕੁਝ ਬੰਦੇ ਵਿੱਚ ਪਾਏ ਵਿਚੋਲਗੀ ਕਰਨ ਦੇ ਲਈ ਕਹਿ ਲਓ ਜਾਂ ਕਿਸੇ ਤਰੀਕੇ ਗੱਲ ਨੂੰ ਨੇੜੇ ਲਾਉਣ ਦੇ ਲਈ ਕਹਿ ਲਓ। ਉਹ ਬੰਦੇ ਆਏ, ਉਹ ਕਹਿੰਦੇ ਵੀ ਜੇ ਅਰੂੜ ਸਿੰਘ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲਵੇ ਤੇ ਸਰਬਰਾਹੀ ਤੋਂ ਅਸਤੀਫਾ ਦੇ ਦੇਵੇ, ਕੀ ਤੁਸੀਂ ਸ਼ਾਂਤ ਹੁੰਦੇ ਹੋ? ਉਹ ਕਹਿੰਦੇ ਕੋਈ ਗੱਲ ਨਹੀਂ, ਵਿਚਾਰ ਲਵਾਂਗੇ। ਉਹ ਟਾਈਮ ਦਿੱਤਾ ਗਿਆ, ਰਾਤੀ 7:45 ਵਜੇ ਅਰੂੜ ਸਿੰਘ ਆਇਆ ਜਲਿਆਂਵਾਲੇ ਬਾਗ ਦੇ ਵਿੱਚ। ਇਹਨੇ ਖੱਤ ਜੋੜ ਕੇ ਮਾਫੀ ਮੰਗੀ, ਕਹਿੰਦਾ ਵੀ ਪਿਛਲੇ ਸਮੇਂ ਦੇ ਦੌਰਾਨ ਜੋ ਮੈਂ ਸੇਵਾ ਕੀਤੀ ਹੈ, ਮੈਂ ਮਾੜੀ ਕੀਤੀ ਹੈ, ਮੈਂ ਚੰਗੀ ਕੀਤੀ ਹੈ, ਕਿਰਪਾ ਕਰਕੇ ਪ੍ਰਮਾਣ ਕਰੋ। ਅੱਜ ਤੋਂ ਬਾਅਦ ਮੈਂ ਅਸਤੀਫਾ ਦੇਣਾ ਵਾ, ਮੈਂ ਸਾਰੀਆਂ ਚੀਜ਼ਾਂ ਛੱਡ ਦੇਣਾ ਵਾ। ਤੁਸੀਂ ਕਿਸੇ ਨੂੰ ਵੀ ਆਪਣਾ ਇੱਥੋਂ ਦਾ ਦਰਬਾਰ ਸਾਹਿਬ ਦਾ ਪ੍ਰਬੰਧ ਜਿਹੜਾ ਸੌਂਪ ਦਿਓ। ਇਹਨੇ ਸੰਗਤ ਵਿੱਚ ਆ ਕੇ ਆਪਣੀਆਂ ਗਲਤੀਆਂ ਦੀ ਮਾਫੀ ਮੰਗੀ। ਫਿਰ ਇੱਕ ਹੋਰ ਗੱਲ ਚੱਲੀ ਵੀ 18 ਸਾਲਾਂ ਦਾ ਤੇਥੋਂ ਹਿਸਾਬ ਲਿਆ ਜਾਣਾ ਹੈ। ਚਲੋ ਉਹ ਗੱਲਾਂ ਬਾਤ ਦੀਆਂ ਨੇ, ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਰਿਹਾ ਹੈ। ਅਰੂੜ ਸਿੰਘ ਨੇ ਡਾਇਰ ਨੂੰ ਸਰੋਪਾ ਦਿੱਤਾ ਤੇ ਕਰੀਬ ਇੰਜ ਕਹਿ ਲਈਏ ਵੀ 1919 ਦੀ ਘਟਨਾ ਨੂੰ ਆਪਾਂ 2019 ਤੱਕ ਬਣ ਜਾਂਦਾ 100 ਸਾਲ ਤੇ 2022 ਤੱਕ
3 ਸਾਲ ਵਿੱਚ ਹੋਰ ਐਡ ਕਰ ਲਓ, 103 ਸਾਲ ਹੋ ਗਏ ਨੇ, ਆਪਾਂ ਅਜੇ ਤੱਕ ਨਹੀਂ ਭੁੱਲੇ। ਪਰ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਕਹਿ ਲਈਏ ਜਾਂ ਅਕਾਲ ਤਖਤ ਦੇ ਜਥੇਦਾਰਾਂ ਨੇ ਬਾਦਲ ਨੂੰ ਫਖਰੇ ਕੌਮ ਦੇ ਦਿੱਤਾ ਸੀ, ਆ ਕੁਝ ਪਿਛਲੇ ਸਮੇਂ ਦੀਆਂ ਗੱਲਾਂ ਨੇ, ਆਪਾਂ ਉੱਥੇ ਕਿਉਂ ਭੁੱਲ ਜਾਂਦੇ ਆ ਬਈ ਕਿ ਬਾਦਲ ਨੇ ਬਹੁਤ ਐਸੇ ਕੰਮ ਕੀਤੇ ਨੇ ਵੀ ਕੌਮ ਦਾ ਫਖਰ। ਫਖਰੇ ਕੌਮ ਦੇ ਅਰਥ ਹੁੰਦੇ ਨੇ ਜਨਾਬ ਕੌਮ ਦਾ ਫਖਰ। ਹੁਣ ਕੌਮ ਦਾ ਫਖਰ ਬਾਦਲ ਹੈ, ਜੇ ਫਖਰੇ ਕੌਮ ਦੇਣਾ ਆ ਤੇ ਫਖਰੇ ਕੌਮ ਫਿਰ ਸਾਡੀ ਕੌਮ ਦੇ ਬਾਬਾ ਜਰਨੈਲ ਸਿੰਘ ਫਖਰੇ ਕੌਮ ਨੇ। ਜੇ ਫਖਰੇ ਕੌਮ ਦੇਣਾ ਆ ਤੇ ਫਿਰ ਜਿਹਨੇ ਕੌਮ ਦੀ ਖਾਤਰ ਕੁਝ ਕੀਤਾ ਹੁੰਦਾ ਉਹਨਾਂ ਨੂੰ ਫਖਰੇ ਕੌਮ ਦੇ ਦਿਓ ਨਾ। ਜਿਨ੍ਹਾਂ ਨੇ ਬਾਦਲ ਨੂੰ ਫਖਰੇ ਕੌਮ ਦਿੱਤਾ, ਦੇਖੋ ਮੈਂ ਇਹ ਦਲੀਲ ਦੇ ਕੇ ਡਾਇਰ ਨੂੰ ਸੱਚਾ ਨਹੀਂ ਕਰਦਾ, ਨਾ ਹੀ ਮੈਂ ਅਰੂੜ ਸਿੰਘ ਨੂੰ ਸੱਚਾ ਕਰਨ ਦੇ ਲਈ ਬੈਠਾ ਵਾਂ। ਮੈਂ ਕਿਹਾ ਵੀ ਅਰੂੜ ਸਿੰਘ ਨੇ ਆਪਣੀ ਕਰਤੂਤ ਕੀਤੀ, ਉਹਨੇ ਕੌਮ ਦੇ ਕੋਲੋਂ ਮਾਫੀ ਮੰਗੀ, ਆਪਣਾ ਅਹੁਦਾ ਛੱਡਿਆ, ਉਸ ਤੋਂ ਬਾਅਦ ਲਗਾਤਾਰ ਉਹ ਜਿਹੜਾ ਆ ਆਪਣੀ ਨਿੱਜੀ ਜ਼ਿੰਦਗੀ ਜਿਉਂਦਾ ਰਿਹਾ, ਕਿਸੇ ਵੀ ਪੋਲੀਟੀਕਲ ਜਾਂ ਧਾਰਮਿਕ ਮਾਮਲੇ ਦੇ ਵਿੱਚ ਨਹੀਂ ਆਇਆ ਤੇ 1926 ਦੇ ਵਿੱਚ ਮਰ ਗਿਆ। ਪਾਲ ਪੈਦਾ ਹੋ ਜਾਂਦਾ ਹੈ ਵੀ ਉਹਨੇ ਡਾਇਰ ਨੂੰ ਸਰੋਪਾ ਦਿੱਤਾ ਤੇ ਅੱਜ ਤੱਕ ਅਸੀਂ ਉਹਨੂੰ ਖਿੱਚੀ ਫਿਰਦੇ ਆ। ਤੇ ਜਿਹੜੇ ਜਥੇਦਾਰਾਂ ਨੇ ਬਾਦਲਾਂ ਨੂੰ ਫਖਰੇ ਕੌਮ ਦਿੱਤਾ ਤੇ ਉਸ ਤੋਂ ਬਾਅਦ ਉਹ ਜਥੇਦਾਰ ਬਦਲਿਆ, ਦੂਜਾ ਜਥੇਦਾਰ ਆ ਗਿਆ, ਦੂਜੇ ਜਥੇਦਾਰ ਨੇ ਵੀ ਉਹ ਫਖਰੇ ਕੌਮ ਵਾਪਸ ਅਜੇ ਤੱਕ ਨਹੀਂ ਲਿਆ, ਤੇ ਫਿਰ ਅਸੀਂ ਇਹਨਾਂ ਜਥੇਦਾਰਾਂ ਨੂੰ ਕਿਸ ਕੈਟਾਗਰੀ ਦੇ ਵਿੱਚ ਗਿਣੀਏ? ਹੁਣ ਅਰੂੜ ਸਿੰਘ ਵਾਲੇ ਪਾਸੇ ਗਿਣੀਏ ਕਿ ਅਕਾਲੀ ਫੂਲਾ ਸਿੰਘ ਵਾਲੇ ਪਾਸੇ ਗਿਣੀਏ? ਸਵਾਲ ਤੇ ਹੁਣ ਇੱਥੇ ਆ ਕੇ ਖੜ ਗਿਆ ਆਪਣੇ ਆਪ ਦੇ ਉੱਪਰ। ਬਾਕੀ ਮਾਨ ਨੂੰ ਇਹਨਾਂ ਦਿਨਾਂ ਦੇ ਵਿੱਚ ਤੁਸੀਂ, ਮੈਂ ਕਹਿੰਦਾ ਵੀ ਉਹਨਾਂ ਦੇ ਮੁੱਦਿਆਂ ਦੇ ਉੱਪਰ ਘੇਰੋ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ, ਪਰ ਉਹਨਾਂ ਦੀ ਕਿਰਪਾਨ ਤੇ ਘੇਰੀ ਜਾਣਾ ਹੁਣ ਸਾਡਾ ਉਹ ਧਾਰਮਿਕ ਚਿੰਨ੍ਹ ਹੈ, ਸਾਨੂੰ ਵੀ ਦਿੱਕਤ ਆਉਂਦੀ ਹੈ। ਉਹ ਉਂਗਲ ਕੱਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਹੀਂ ਉੱਠਦੀ, ਉਂਗਲ ਸਾਡੇ ਉੱਪਰ ਵੀ ਉੱਠਦੀ ਹੈ। ਆਰਟੀਕਲ 25 ਸਾਨੂੰ ਰਾਈਟ ਦਿੰਦਾ ਹੈ कि कृपान धारण करना और लेकर चलना सिख धर्म का अंग माना जाएगा। हुण जे कृपान रखण दी कैरी करन दी संविधान मैनूं प्रवानगी दिंदा है ते फिर गजब दी गल की है उन्हां दी कृपान नूं इशू बनाई जाना। तुसीं गल करो संगरूर दे मुद्दिआं दी करो, ओहदा नाने दे इशू बनाई जाना, ਉਹ ਸਾਂਢੂ ਕੈਪਟਨ ਅਮਰਿੰਦਰ ਸਿੰਘ ਆ ਉਹ ਇਸ਼ੂ ਬਣਾਈ ਜਾਣਾ। ਯਾਰ ਇਹ ਕੋਈ ਇਸ਼ੂ ਥੋੜਾ ਨੇ ਕਿ ਸਾਰੇ ਮੁੱਦੇ ਮੁੱਕ ਗਏ ਨੇ। ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਦਾ ਵਿਆਹ ਸੀ, ਸਾਰੀ ਫੇਸਬੁੱਕ ਸਾਰਾ ਮੈਂ ਕਹਿੰਦਾ ਮੀਡੀਆ ਵਿਆਹ 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 ਵਿਆਹ। ਮੈਂ ਕਿਹਾ ਯਾਰ ਉਹਦੀ ਪਰਸਨਲ ਲਾਈਫ ਸੀ, ਉਹਨੂੰ ਲੋੜ ਹੋਵੇਗੀ, ਉਹਨੇ ਵਿਆਹ ਕਰਵਾ ਲਿਆ ਕਿ ਪੰਜਾਬ ਦੇ ਸਾਰੇ ਮੁੱਦੇ ਖਤਮ ਹੋ ਗਏ ਨੇ, ਇੱਕੋ ਹੀ ਮੁੱਦਾ ਰਹਿ ਗਿਆ। ਇਸੇ ਪ੍ਰਕਾਰ ਸਿਮਰਨਜੀਤ ਸਿੰਘ ਮਾਨ ਵਾਲੇ ਮਾਮਲੇ ਦੇ ਵਿੱਚ ਮੈਂ ਆਉਣਾ ਵਾਂ, ਇੱਕੋ ਮਾਮਲਾ ਰਹਿ ਗਿਆ ਅਰੂੜ ਸਿੰਘ। ਤੁਸੀਂ ਦਲੀਲਾਂ ਨਾਲ ਉਹਨਾਂ ਦੀ ਗੱਲ ਨੂੰ ਕੱਟੋ, ਜੇ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਕਰੋ। 2002 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਾਨੇ ਦੀ ਕੀਤੀ ਹੋਈ ਗਲਤੀ ਦੀ ਮਾਫੀ ਵੀ ਮੰਗੀ ਸੀ, ਜੋ ਅਖਬਾਰ ਦੇ ਵਿੱਚ ਅੱਜ ਤੱਕ ਸਬੂਤ ਪਿਆ ਹੋਇਆ ਹੈ। ਸਿਮਰਨਜੀਤ ਸਿੰਘ ਮਾਨ ਨੇ ਪੰਥ ਦੇ ਦੋਖੀਆਂ ਦੀ ਜਿਹੜੀ ਲਿਸਟ ਤਿਆਰ ਕੀਤੀ ਹੈ, ਉਸ ਲਿਸਟ ਦੇ ਵਿੱਚ ਉਹਨਾਂ ਨੇ ਆਪ ਦੇ ਨਾਨੇ ਦਾ ਨਾਮ ਪਾਇਆ ਵੀ ਇਹ ਸਾਰੇ ਦੋਖੀ ਨੇ। ਮੇਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੁਝ ਸਾਲ ਪਹਿਲਾਂ ਇੱਕ ਮੀਟਿੰਗ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਅਕਸਰ ਕਹਿੰਦੇ ਨੇ ਵੀ ਤੁਹਾਡੇ ਨਾਨੇ ਨੇ ਸਿਰੋਪਾਓ ਪਾਇਆ ਸੀ। ਮੈਂ ਇਹ ਸਵਾਲ ਕੀਤਾ, ਕਹਿਣ ਲੱਗੇ ਹਾਂ ਜੀ। ਇਹ ਗੱਲ ਛਿੜੀ ਤੇ ਮੈਂ ਕਿਹਾ ਫੇਰ ਤੁਸੀਂ ਇਸ ਬਿਆਨ ਨੂੰ ਕਦੀ ਕੱਟਿਆ? ਉਹ ਕਹਿੰਦੇ ਵੀ ਉਹਨੇ ਸਿਰੋਪਾਓ ਪਾਇਆ, ਮੈਂ ਆਪਣਾ ਨਾਨਕਾ ਹੀ ਛੱਡ ਦਿੱਤਾ। ਉਹ ਕਹਿੰਦੇ ਮੈਂ ਆਪਣਾ ਨਾਨਕਾ ਛੱਡ ਦਿੱਤਾ, ਆਪਣੇ ਨਾਨੇ ਦਾ ਨਾਮ ਉਹ ਕਹਿੰਦੇ ਮੈਂ ਇੱਕ ਉਸ ਲਿਸਟ ਵਿੱਚ ਪਾਤਾ ਜਿਹੜੇ ਪੰਥ ਦੇ ਦੋਖੀ ਨੇ। ਤੇ 2002 ਦੇ ਵਿੱਚ ਕਹਿੰਦੇ ਇਸ ਗੱਲ ਦੀ ਮੈਂ ਜਨਤਕ ਤੌਰ ਤੇ ਮਾਫੀ ਵੀ ਮੰਗ ਲਈ। ਹੁਣ ਮੈਨੂੰ ਦੱਸੋ ਵੀ ਇਹਦੋਂ ਉੱਤੇ ਕੀ ਹੁੰਦਾ ਹੈ? ਦੋਤੇ ਕੋਲੋਂ ਵੱਖਰੀ ਮਾਫੀ ਮੰਗਾ ਲਈ, ਨਾਨੇ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ, ਤੇ ਅਜੇ ਤੱਕ ਅਸੀਂ ਉਸ ਗੱਲ ਨੂੰ ਚੱਕੀ ਫਿਰਦੇ ਹਾਂ। ਮੈਂ ਕਹਿੰਦਾ ਕਿੱਥੇ ਆ ਕੇ ਬੰਦ ਹੁੰਦੀ ਏ? ਹੁਣ ਕਿਹੜੀ ਮਾਫੀ ਹੈ ਜਿਹੜੀ ਮੰਗੀ ਜਾਵੇ ਵੀ ਇਹ ਗੱਲ ਬੰਦ ਹੋ ਜਾਵੇ? ਸਵਾਲ ਤੇ ਹੁਣ ਇੱਥੇ ਆ ਗਿਆ। ਮੁੱਖ ਸਾਹਿਬ ਮੇਰਾ ਤਾਂ ਸਵਾਲ ਹੈ ਇਹ ਕਿ ਤੁਸੀਂ ਬੇਸ਼ੱਕ ਤੁਸੀਂ ਦੱਸਤਾ ਕਿ 100 ਸਾਲ ਪਹਿਲਾਂ ਸਾਰਾ ਘਟਨਾਕ੍ਰਮ ਕੀ ਹੋਇਆ ਸੀ, ਪਰ ਮੈਂ ਅੱਜ ਦੇ ਜੋ ਮਾਹੌਲ ਦੇ ਗੱਲ ਕਰਾਂਗਾ ਪੰਜਾਬ ਦੇ, ਉਹ ਸਾਰੇ ਮੁੱਦੇ ਮੁੱਕ ਚੁੱਕੇ ਨੇ। ਸਿਰਫ ਇੱਕ ਸਿਮਰਨਜੀਤ ਮਾਨ ਹੀ ਕਿਉਂ ਦਿਖਦਾ ਪਿਆ, ਤੇ ਬਿਆਨ ਹੀ ਕਿਉਂ ਦਿਖਦੇ ਪਏ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ? ਉਹ ਸਾਰੇ ਮੁੱਦੇ ਆਪਣੇ ਥਾਂ ਤੇ ਖਤਮ ਹੋ ਚੁੱਕੇ ਨੇ। ਸਵਾਲ ਬਹੁਤ ਵੱਡਾ ਆ ਜਾਂਦਾ ਆ। ਇਹ ਜਿਹੜਾ ਸਵਾਲ ਆ ਇਹ ਕੀ ਗੱਲ ਪੱਤਰਕਾਰਾਂ ਦੇ ਉੱਪਰ ਵੀ ਆਉਣਾ ਚਾਹੀਦਾ ਆ? ਜਿਹੜਾ ਸਵਾਲ ਹੁਣ ਤੁਸੀਂ ਮੈਨੂੰ ਕੀਤਾ ਆ, ਮੈਂ ਕਹਿੰਦਾ ਵੀ ਮੇਰੇ ਤੇ ਸਵਾਲ ਕੀਤਾ, ਮੈਂ ਇਹਦਾ ਰਿਪਲਾਈ ਦਿਆਂਗਾ ਕਿ ਇਹ ਸਵਾਲ ਪੱਤਰਕਾਰਾਂ ਦੇ ਉੱਪਰ ਨਹੀਂ ਹੁੰਦਾ। ਹੁਣ ਜਿਹੜਾ ਪੱਤਰਕਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੰਟਰਵਿਊ ਕਰਨ ਦੇ ਲਈ ਜਾ ਰਿਹਾ ਹੈ, ਇੱਕੋ ਸਵਾਲ ਕਰਦੇ ਪਏ ਨੇ, ਤੁਸੀਂ ਕਿਰਪਾਨ ਲੈ ਕੇ ਜਾਓਗੇ ਕਿ ਨਹੀਂ ਜਾਓਗੇ? ਤੁਸੀਂ ਸੰਵਿਧਾਨ ਦੀ ਸਹੁੰ ਖਾਓਗੇ ਕਿ ਨਹੀਂ ਖਾਓਗੇ? ਤੁਹਾਡੇ ਨਾਨੇ ਨੇ ਸਿਰੋਪਾਓ ਦਿੱਤਾ ਸੀ ਕਿ ਨਹੀਂ ਦਿੱਤਾ? ਤੁਸੀਂ ਭਗਤ ਸਿੰਘ ਨੂੰ ਸ਼ਹੀਦ ਮੰਨਦੇ ਹੋ ਕਿ ਨਹੀਂ ਮੰਨਦੇ? ਹੁਣ ਇਹ ਜਿਹੜੇ ਸਵਾਲ ਨੇ, ਹੁਣ ਤੁਸੀਂ ਇਹ ਗੱਲ ਕਹੋ ਵੀ ਤੁਹਾਡੇ ਕੋਲ 1.5 ਸਾਲ ਦਾ ਟਾਈਮ ਹੈ, ਤੁਸੀਂ ਸੰਗਰੂਰ ਦੇ ਵਿੱਚ ਕੀ ਕਰੋਗੇ? ਸੰਗਰੂਰ ਦੀ ਸਮੱਸਿਆ ਨੂੰ ਤੁਸੀਂ ਕਿਵੇਂ ਸਮਝਿਆ? ਬੰਦੀ ਸਿੰਘਾਂ ਦੀ ਗੱਲ ਤੁਸੀਂ ਕਰੋਗੇ ਕਿ ਨਹੀਂ ਕਰੋਗੇ? ਤੁਹਾਡੇ ਕੋਲ ਪੰਥਕ ਇਸ਼ੂ ਕਿਹੜੇ ਕਿਹੜੇ ਨੇ? ਹੁਣ ਸਵਾਲ ਤੇ ਇਹ ਸੀ ਕਰਨ ਵਾਲੇ
ਪਰ ਸਾਡੇ ਪੱਤਰਕਾਰ ਭਰਾ ਵੀ ਜਾਂਦਿਆਂ 3-4 ਸਵਾਲ, ਕਿਰਪਾਨ ਲੈ ਕੇ ਜਾਓਗੇ ਕਿ ਨਹੀਂ ਜਾਓਗੇ, ਸੰਵਿਧਾਨ ਦੀ ਸਹੁੰ ਖਾਓਗੇ ਕਿ ਨਹੀਂ ਖਾਓਗੇ, ਤੁਸੀਂ ਭਗਤ ਸਿੰਘ ਨੂੰ ਕੀ ਮੰਨਦੇ ਹੋ, ਤੁਹਾਡੇ ਦਾਦੇ ਨੇ ਸਿਰੋਂ ਪਾ ਪਾਇਆ ਸੀ ਕਿ ਨਹੀਂ ਪਾਇਆ। ਹੁਣ ਜੇ ਉਹ ਇਹ ਗੱਲ ਕਹਿ ਦਿੰਦੇ ਆ ਵੀ ਮੈਂ ਇਹਨਾਂ ਸਵਾਲਾਂ ਤੇ ਨਹੀਂ ਬੋਲਣਾ, ਫਿਰ ਵੀ ਕਹਿ ਦੇਣਾ ਆਹ ਵੇਖ ਲਓ ਜੀ, ਜਿਹਨੂੰ ਬੜਾ ਤੁਸੀਂ ਕਹਿੰਦੇ ਸੀ ਬੁੱਢਾ ਸ਼ੇਰ ਸਵਾਲਾਂ ਤੋਂ ਭੱਜਦਾ ਪਿਆ, ਤੇ ਜੇ ਉਹ ਰਿਪਲਾਈ ਦਿੰਦੇ ਆ ਤੇ ਫਿਰ ਉਹ ਕੋਈ ਨਾ ਕੋਈ ਨੈਚੁਰਲੀ ਗੱਲ ਹੈ ਵੀ ਦੁਬਾਰਾ ਫਿਰ ਉੱਠਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਜਿਹੜੀ ਗੱਲ ਤੁਸੀਂ ਮੈਨੂੰ ਕਹੀ ਹੈ ਵੀ ਸਾਰੇ ਮੁੱਦੇ ਕੀ ਮੁੱਕ ਚੁੱਕੇ ਨੇ, ਇਹ ਗੱਲ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਸਮਝਣੀ ਚਾਹੀਦੀ ਹੈ। ਤੇ ਇੱਥੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਸੰਗਰੂਰ ਦੇ ਲੋਕਾਂ ਦੀ ਕੀ ਸਮੱਸਿਆ ਹੈ, ਆਪਣਾ ਪੂਰਾ ਧਿਆਨ ਉਧਰ ਕੇਂਦਰਿਤ ਕਰ ਦਿਓ। ਸਾਡੀ ਪੰਥਕ ਇਸ ਵੇਲੇ ਏਜੰਡਾ ਕੀ ਹੋਣਾ ਚਾਹੀਦਾ ਹੈ, ਉਹਨਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਕਰ ਦਿਓ। ਕਿਉਂਕਿ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ, ਦੀਪ ਸਿੱਧੂ ਦਾ ਦੁਨੀਆ ਤੋਂ ਚਲੇ ਜਾਣਾ, ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਚਲੇ ਜਾਣਾ, ਤੇ ਦੋਵਾਂ ਸ਼ਖਸੀਅਤਾਂ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਬੋਲਣਾ। ਦੀਪ ਸਿੱਧੂ ਤਾਂ ਸਿੱਧਾ ਉਹਨਾਂ ਨੇ ਐਲਾਨੀਆ ਤੌਰ ਦੇ ਉੱਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕੀਤੀ, ਅਮਰਗੜ੍ਹ ਹਲਕੇ ਦੇ ਵਿੱਚ ਜਾ ਕੇ ਵੇਖੋ ਬੜੀਆਂ ਵਾਇਰਲ ਨੇ। ਔਰ ਸੈਕੰਡਲੀ ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤੇ ਉਹਨਾਂ ਦੀ ਇੱਕ ਤੁਸੀਂ ਦੇਖੋਗੇ ਛੋਟਾ ਜਿਹਾ ਵੀਡੀਓ ਕਲਿੱਪ ਹੈ, ਮੇਰੇ ਕੋਲ ਵੀ ਪਿਆ ਹੋਇਆ ਮੋਬਾਈਲ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਕੋਈ 30 ਤੋਂ 50 ਸੈਕਿੰਡ ਦਾ ਹੋਣਾ ਆ, ਜਿਹਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਜਨਰਲ ਸੈਕਟਰੀ ਨੇ, ਉਹ ਕਹਿੰਦੇ ਕਰੋ ਜੀ ਬਾਪੂ ਜੀ ਨਾਲ ਗੱਲ, ਤੇ ਉੱਥੇ ਸਿੱਧੂ ਮੂਸੇਵਾਲਾ ਇਹ ਗੱਲ ਕਹਿ ਰਿਹਾ ਹੈ ਬਾਪੂ ਜੀ ਸਤਿ ਸ੍ਰੀ ਅਕਾਲ, ਤੇ ਗੱਲ ਕਰਕੇ ਇਹ ਗੱਲ ਕਹਿ ਰਿਹਾ ਵੀ ਆਜੋ ਆਜੋ ਤੁਹਾਡਾ ਇੰਤਜ਼ਾਰ ਕਰਦੇ ਪਏ ਆ। ਹੁਣ ਇਹ ਜਿਹੜੀਆਂ ਦੋ ਚੀਜ਼ਾਂ ਨੇ, ਇਹਨਾਂ ਚੀਜ਼ਾਂ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਵੱਡੀ ਸਪੋਰਟ ਮਿਲ ਗਈ। ਉਹ ਸਾਰੀਆਂ ਚੀਜ਼ਾਂ ਦੇ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋ ਗਈ। ਪਰ ਇੱਕ ਚੀਜ਼ ਸਾਨੂੰ ਮੰਨਣੀ ਪੈਣੀ ਹੈ, ਜਿਹੜਾ ਯੂਥ ਹੁੰਦਾ ਕੱਚੇ ਦੁੱਧ ਵਰਗਾ ਹੁੰਦਾ, ਪਤਾ ਕੋਈ ਨਹੀਂ ਕਿੱਥੇ ਫਟ ਜਾਣਾ। ਜਿਵੇਂ ਕੱਚੇ ਦੁੱਧ ਦਾ ਜੋ ਮਰਜ਼ੀ ਬਣਾ ਲਓ, ਇਹ ਯੂਥ ਜਿਹੜਾ ਇਹ ਬਾਈ ਜੀ ਇਹ ਬੜਾ ਸੰਭਾਲਣਾ ਪੈਂਦਾ ਹੈ। ਹੁਣ ਯੂਥ ਦੇ ਮਨ ਦੇ ਵਿੱਚ ਖਿਆਲ ਆਵੇਗਾ ਯਾਰ ਮੁੱਦੇ ਜਿਹੜੇ ਨੇ ਸੰਗਰੂਰ ਦੇ ਛੱਡੇ ਜਾ ਰਹੇ ਨੇ, ਉਹ ਨੈਚੁਰਲੀ ਗੱਲ ਹੈ ਯੂਥ ਇੱਕ ਪਾਸੇ ਹੋ ਜਾਏਗਾ। ਤੇ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਹੁਣ ਤੁਸੀਂ ਐਮਪੀ ਹੋ, ਕਿਰਪਾ ਕਰਕੇ ਇਹਨਾਂ ਮੁੱਦੇ ਜਿਹੜੇ ਪਹਿਲਾਂ ਛੇੜੇ ਹੋਏ ਸੀ ਨਿਬੜ ਗਏ, ਕਿਉਂਕਿ ਸਰਦਾਰ ਸਿਮਰਨਜੀਤ ਮਾਨ ਨੇ ਮੇਰੇ ਖਿਆਲ ਦੇ ਵਿੱਚ 2008 ਵਿੱਚ ਇਹ ਬਿਆਨ ਦਿੱਤਾ ਸੀ, ਇਹਨਾਂ ਤੇ ਪੱਕੇ ਵੀ ਪਏ, ਉਸ ਤੋਂ ਬਾਅਦ ਕੋਰਟ ਵੱਲੋਂ ਬਰੀ ਵੀ ਹੋਏ, ਇਹ ਸਾਰਾ ਮਸਲਾ ਉਦੋਂ ਖਤਮ ਹੋ ਗਿਆ। ਹੁਣ ਇਹਨਾਂ ਮੁੱਦਿਆਂ ਨੂੰ ਛੇੜਨ ਦੀ ਬਜਾਏ ਸੰਗਰੂਰ ਦੇ ਮੁੱਦੇ ਛੇੜੇ ਜਾਣ ਤੇ ਉਹਨਾਂ ਦਾ ਹੱਲ ਕੱਢਿਆ ਜਾਵੇ, ਮੇਰੇ ਖਿਆਲ ਦੇ ਵਿੱਚ ਇਹ ਜ਼ਿਆਦਾ ਜ਼ਰੂਰੀ ਹੈ। ਤੁਸੀਂ ਬਿਲਕੁਲ ਸਹੀ ਕਿਹਾ, ਕਿਉਂਕਿ ਯੂਥ ਦੇ ਉੱਤੇ ਇਹਨਾਂ ਬਿਆਨਾਂ ਦਾ ਕਿਤੇ ਨਾ ਕਿਤੇ ਪ੍ਰਭਾਵ ਤਾਂ ਜ਼ਰੂਰ ਪੈ ਰਿਹਾ ਹੈ।